ਉੱਥੇ 28 ਦਾ ਵਜਨ। ਅੱਛਾ ਜੀ। ਉਹਨੇ ਪਹਿਲਾਂ 38 ਦੱਸਿਆ, ਹਾਂਜੀ ਫਿਰ 43, ਠੀਕ ਹੈ। ਹੁਣ ਦੁਬਾਰੇ ਕਰਾਇਆ ਤੀਜੀ ਵਾਰੀ 36। ਓਵਰਵੇਟ ਦਾ ਸਾਡਾ ਹੋਣਾ ਸੀ 280 ਰੁਪਏ, 600 ਮੇਰੇ ਖਿਆਲ 665 ਰੁਪਏ ਦਾ ਫਰਕ ਪੈ ਗਿਆ। ਹੁਣ ਤੁਸੀਂ ਦੇਖੋ ਵੀ ਹਜ਼ਾਰਾਂ ਗੱਡੀ ਲੰਘਦੀ ਹੈ, ਘੱਟੋ ਘੱਟ ਨਹੀਂ, ਵੈਸੇ ਮੈਂ ਬਹੁਤ ਘੱਟ ਲਾ ਕੇ ਚੱਲ ਰਿਹਾ, ਮਿਨੀਮਮ ਜੇ 1000 ਟਰੱਕ ਵੀ ਲੰਘਿਆ, ਵੈਸੇ 1000 ਨਹੀਂ ਲੰਘਦਾ, ਗਿਣਤੀ ਕਈ ਹਜ਼ਾਰ 'ਚ ਹੈ। ਜੇ 1000 ਵੀ ਅਸੀਂ ਮੰਨ ਕੇ ਚੱਲੀਏ ਤਾਂ ਲਾ ਲਓ ਹਿਸਾਬ 665 ਰੁਪਏ ਨੂੰ 6,65,000 ਰੁਪਏ ਬਣ ਗਿਆ। ਸੋ ਇਹਨਾਂ ਦਾ ਟਰੱਕ ਆਪਰੇਟਰਾਂ ਦਾ ਕਹਿਣਾ ਸੀਗਾ ਕਿ ਇਹ ਨਜਾਇਜ਼ ਤਰੀਕੇ ਨਾਲ ਵਸੂਲ ਕਰ ਰਹੇ ਨੇ, ਕਿਉਂਕਿ ਸਾਡਾ ਵਜ਼ਨ ਘੱਟ ਹੈ, ਇਹਨਾਂ ਦੇ ਕੰਡੇ ਜ਼ਿਆਦਾ ਦੱਸ ਰਹੇ ਨੇ। ਕਾਰਵਾਈ ਬਣਦੀ ਇਹਨਾਂ ਦੇ ਖਿਲਾਫ ਸ਼ੁਰੂ ਕਰ ਦਿੱਤੀ ਹੈ। ਐਕਟ ਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ, ਇੱਕ ਤਾਂ ਇਹਨਾਂ ਦੇ ਖਿਲਾਫ ਹੋਏਗੀ, ਤੇ 3 ਨੰਬਰ ਲੇਨ ਜਿਹੜੀ ਗੜਬੜੀ ਵਾਲੀ ਹੈ ਉਹ ਹੁਣੇ ਬੰਦ ਕਰਵਾ ਦਿੱਤੀ ਗਈ ਹੈ ਤੇ ਰੂਪਨਗਰ ਵਿਖੇ ਸਥਿਤ ਸੋਲਖਿਆਨ ਟੋਲ ਪਲਾਜ਼ਾ ਤੇ ਟਰੱਕ ਚਾਲਕਾਂ ਕੋਲੋਂ ਲੱਖਾਂ ਰੁਪਏ ਟੋਲ ਪਲਾਜ਼ਾ ਵਸੂਲਿਆ ਜਾਂਦਾ ਹੈ ਅਤੇ ਇਹ ਟੋਲ ਪਲਾਜ਼ਾ ਬਹੁਤੇ ਭਾਰੀ ਵਾਹਨ ਤੇ ਘੱਟ ਭਾਰੀ ਵਾਹਨ ਦੇ ਹਿਸਾਬ ਨਾਲ ਵਸੂਲਿਆ ਜਾਂਦਾ ਹੈ ਤੇ ਬੀਤੀ ਰਾਤ ਵੇਲੇ ਟਰੱਕ ਚਾਲਕਾਂ ਨੇ ਟੋਲ ਪਲਾਜ਼ਾ ਕੰਪਨੀ ਨੂੰ ਟੋਲ ਦੇਣ ਤੋਂ ਮਨਾ ਕਰ ਦਿੱਤਾ ਅਤੇ ਟੋਲ ਕੰਪਨੀ ਦਾ ਕੰਡਾ ਜੋ ਉਹਨਾਂ ਦੀ ਗੱਡੀ ਦਾ ਵਜ਼ਨ ਜ਼ਿਆਦਾ ਦੱਸ ਰਿਹਾ ਸੀ ਉਸ ਦਾ ਵਿਰੋਧ ਕੀਤਾ, ਭਾਵੇਂ ਕਿ ਟੋਲ ਕੰਪਨੀ ਦੇ ਮੁਲਾਜ਼ਮਾਂ ਨੇ ਇਸ ਟਰੱਕ ਚਾਲਕ ਨੂੰ ਦੂਸਰੀ ਟੋਲ ਲਾਈਨ ਤੋਂ ਕੰਡਾ ਕਰਵਾ ਕੇ ਜਾਣ ਦੀ ਗੱਲ ਕਹੀ। ਪਰ ਇਹ ਟਰੱਕ ਚਾਲਕ ਅੜ ਗਿਆ ਅਤੇ ਕਹਿਣ ਲੱਗਾ ਕਿ ਤੁਸੀਂ ਕਈ ਵਾਰ ਮੇਰੇ ਤੋਂ ਜ਼ਿਆਦਾ ਟੋਲ ਵਸੂਲਿਆ ਹੈ ਅਤੇ ਉਸਨੇ ਆਪਣੇ ਮਾਲਕਾਂ ਨੂੰ ਬੁਲਾ ਲਿਆ, ਜਿਸ ਤੋਂ ਬਾਅਦ ਟਰੱਕ ਚਾਲਕ ਦੇ ਮਾਲਕਾਂ ਨੇ ਪਹੁੰਚ ਕੇ ਟੋਲ ਪਲਾਜ਼ਾ ਤੇ ਹੋਈ ਸਾਰੀ ਘਟਨਾ ਹਲਕਾ ਵਿਧਾਇਕ ਰੂਪਨਗਰ ਨੂੰ ਫੋਨ ਤੇ ਦੱਸੀ ਅਤੇ ਹਲਕਾ ਵਿਧਾਇਕ ਨੇ ਮੌਕੇ ਤੇ ਹੀ ਕਾਰਵਾਈ ਕਰਦੇ ਹੋਏ ਅਫਸਰਾਂ ਨੂੰ ਭੇਜਿਆ। ਜਦੋਂ ਇਸ ਸੰਬੰਧੀ ਕਈ ਟਰੱਕ ਚਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਗੱਲ ਮੰਨੀ ਕਿ ਇਹਨਾਂ ਟੋਲ ਪਲਾਜ਼ਾ ਵਾਲਿਆਂ ਨੇ ਜਾਣ-ਬੁੱਝ ਕੇ ਕੰਡਿਆਂ ਵਿੱਚ ਫਰਕ ਰੱਖਿਆ ਹੈ ਅਤੇ ਉਹਨਾਂ ਕੋਲੋਂ ਭਾਰੀ ਵਾਹਨ ਦੀ ਪਰਚੀ 1000 ਰੁਪਏ ਤੋਂ ਲੈ ਕੇ 900 ਰੁਪਏ ਤੱਕ ਵਸੂਲੀ ਜਾਂਦੀ ਹੈ, ਜਦੋਂ ਕਿ ਘੱਟ ਭਾਰੀ ਵਾਹਨ ਵਾਲੀ ਪਰਚੀ 300 ਤੋਂ 350 ਰੁਪਏ ਤੱਕ ਹੈ ਅਤੇ ਟੋਲ ਪਲਾਜ਼ਾ ਕੰਪਨੀ ਵੱਲੋਂ ਜਾਣ-ਬੁੱਝ ਕੇ ਟਰੱਕ ਚਾਲਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਕੋਲੋਂ ਭਾਰੀ ਵਾਹਨਾਂ ਦੀ ਪਰਚੀ ਵਸੂਲੀ ਜਾ ਰਹੀ ਹੈ ਅਤੇ ਟੋਲ ਪਲਾਜ਼ਾ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਜਿੱਥੇ ਟਰੱਕ ਚਾਲਕਾਂ ਨੇ ਟੋਲ ਪਲਾਜ਼ਾ ਖਿਲਾਫ ਕਾਰਵਾਈ ਦੀ ਮੰਗ ਕੀਤੀ, ਉੱਥੇ ਟਰੱਕ ਦੇ ਮਾਲਕਾਂ ਵੱਲੋਂ ਵਿਧਾਇਕ ਦਿਨੇਸ਼ ਚੱਡਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਭਾਵੇਂ ਵਿਧਾਇਕ ਨੂੰ ਪਹਿਲਾਂ ਨਹੀਂ ਜਾਣਦੇ ਸਨ ਅਤੇ ਉਹਨਾਂ ਨੇ ਆਨਲਾਈਨ ਨੰਬਰ ਕੱਢ ਕੇ ਉਹਨਾਂ ਨੂੰ ਫੋਨ ਮਿਲਾਇਆ ਅਤੇ ਵਿਧਾਇਕ ਨੇ ਉਹਨਾਂ ਦੀ ਗੱਲ ਸੁਣ ਕੇ ਇਸ ਦੇ ਹੱਲ ਲਈ ਅਧਿਕਾਰੀਆਂ ਨੂੰ ਭੇਜਿਆ। ਜਦੋਂ ਇਸ ਸੰਬੰਧੀ ਰਾਤ ਸਮੇਂ ਮੌਕੇ ਤੇ ਪਹੁੰਚੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਇੰਸਪੈਕਟਰ ਲੀਗਲ ਮੀਟਰੋਲੋਜੀ ਰੂਪਨਗਰ ਹਨ ਅਤੇ ਇਸ ਵਕਤ BSI ਐਂਡ CDC ਟੋਲ ਪਲਾਜ਼ਾ ਕੰਪਨੀਆਂ ਸੋਲਖਿਆਨ ਦੇ ਟੋਲ ਪਲਾਜ਼ਾ ਦੇ ਕੰਡਿਆਂ ਦੀ ਚੈਕਿੰਗ ਕੀਤੀ ਗਈ ਹੈ। ਜੋ ਟਰੱਕ ਦਾ ਸਹੀ ਵਜ਼ਨ ਦੂਸਰੇ ਕੰਡੇ ਤੇ ਤੋਲਿਆ ਗਿਆ ਹੈ ਉਹ 26 ਟਨ ਦੇ ਕਰੀਬ ਹੈ ਅਤੇ ਟੋਲ ਵੱਲੋਂ ਇਸ ਨੂੰ ਪਰਚੀ ਦਿੱਤੀ ਗਈ ਹੈ ਉਹ 35 ਟਨ ਹੈ, ਜੋ ਕਿ ਅਸਲ ਵਜ਼ਨ ਨਾਲੋਂ ਕਾਫੀ ਜ਼ਿਆਦਾ ਹੈ ਅਤੇ ਇਸ ਕੋਲੋਂ ਓਵਰਲੋਡ ਚਾਰਜ ਵੀ ਲਿਆ ਗਿਆ ਹੈ। ਗਲਤ ਵਜ਼ਨ ਤੋਲਣ ਕਾਰਨ ਜੋ ਕਾਨੂੰਨਨ ਹੋਵੇਗਾ ਟੋਲ ਪਲਾਜ਼ਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਾਰੀ ਘਟਨਾ ਤੋਂ ਬਾਅਦ ਵਿਧਾਇਕ ਦਿਨੇਸ਼ ਚੱਡਾ, ਜੋ ਕਿ ਖੁਦ ਦਿੱਲੀ ਤੋਂ ਵਾਪਸ ਆ ਰਹੇ ਸਨ, ਉਹ ਵੀ ਸੋਲਖਿਆਨ ਟੋਲ ਪਲਾਜ਼ਾ ਤੇ ਪਹੁੰਚੇ ਅਤੇ ਟਰੱਕ ਚਾਲਕਾਂ ਦੀ ਸਾਰੀ ਸਮੱਸਿਆ ਸੁਣੀ ਤੇ ਅਧਿਕਾਰੀਆਂ ਨੂੰ ਟੋਲ ਪਲਾਜ਼ਾ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਵਿਧਾਇਕ ਚੱਡਾ ਨੇ ਕਿਹਾ ਕਿ ਉਹਨਾਂ ਨੂੰ ਟਰੱਕ ਚਾਲਕ ਵੀਰਾਂ ਦਾ ਫੋਨ ਆਇਆ ਸੀ ਅਤੇ ਉਹ ਦਿੱਲੀ ਤੋਂ ਵਾਪਸ ਆ ਰਹੇ ਸਨ ਅਤੇ ਉਹਨਾਂ ਨੇ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਕਰਨ ਲਈ ਕਿਹਾ ਅਤੇ ਥਾਣਾ ਸਿੰਘ ਭਗਵੰਤਪੁਰ SHO ਅਤੇ ਰੂਪਨਗਰ ਲੀਗਲ ਮੈਟਰੋਲੋਜੀ ਦੇ ਇੰਸਪੈਕਟਰ ਮੌਕੇ ਤੇ ਪਹੁੰਚ ਗਏ ਸਨ ਅਤੇ ਜੋ ਪਿਛਲੇ ਕਈ ਘੰਟਿਆਂ ਤੋਂ ਟੋਲ ਪਲਾਜ਼ਾ ਤੇ ਇਹਨਾਂ ਕੰਡਿਆਂ ਦੀ ਜਾਂਚ ਅਤੇ ਕਾਰਵਾਈ ਕਰ ਰਹੇ ਹਨ ਅਤੇ ਉਹ ਖੁਦ ਵੀ ਰਾਤ 1 ਵਜੇ ਦਿੱਲੀ ਤੋਂ ਵਾਪਸ ਆਉਂਦੇ ਹੋਏ ਇਸ ਥਾਂ ਤੇ ਵਾਪਸ ਪਹੁੰਚੇ ਹਨ। ਉਹਨਾਂ ਕਿਹਾ ਕਿ ਟੋਲ ਪਲਾਜ਼ਿਆਂ ਦੀ ਧੱਕਾਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ ਅਤੇ ਇਹਨਾਂ ਖਿਲਾਫ ਬਣਦੀ ਕਾਰਵਾਈ ਹੋਵੇਗੀ। ਹੁਣ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਜੋ ਲੋਕਾਂ ਲਈ ਹਰ ਸਮੇਂ ਹਾਜ਼ਰ ਹੈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ
ਕਿਸੇ ਵੀ ਟੋਲ ਪਲਾਜ਼ਾ ਤੇ ਕੰਡਿਆਂ ਵਿੱਚ ਗੜਬੜੀ ਜਾਂ ਕੋਈ ਹੋਰ ਸਮੱਸਿਆ ਆਉਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਫੋਨ ਕਰ ਸਕਦੇ ਹਨ। ਅਸੀਂ ਹਰ ਸਮੇਂ ਹਾਜ਼ਰ ਹਾਂ। ਮੇਰਾ ਪੰਜਾਬ ਨਿਊਜ਼ ਲਈ ਲਾਡੀ ਖਾਬੜਾ ਦੀ ਰਿਪੋਰਟ। ਉੱਥੇ 28 ਦਾ ਵਜਨ। ਅੱਛਾ ਜੀ। ਉਹਨੇ ਪਹਿਲਾਂ 38 ਦੱਸਿਆ, ਹਾਂਜੀ ਫਿਰ 43, ਠੀਕ ਹੈ। ਹੁਣ ਦੁਬਾਰੇ ਕਰਾਇਆ ਤੀਜੀ ਵਾਰੀ 36। ਅੱਛਾ 35 ਹੈ। ਹਾਂ ਜੀ, ਮਤਲਬ weight ਸਹੀ ਨਹੀਂ ਆ ਰਿਹਾ। ਸਹੀ ਨਹੀਂ ਆ ਰਿਹਾ। ਕੀ ਕਾਰਨ ਕੀ ਹੈ? ਕੰਡਾ ਸਹੀ ਨਹੀਂ ਹੈ, ਕੰਡਾ ਸਹੀ ਨਹੀਂ, ਓਵਰਲੋਡ ਮੰਗਦੇ ਆ ਫਿਰ। ਓਵਰਲੋਡ ਦੀ ਪਰਚੀ, ਠੀਕ ਹੈ। ਓਵਰਲੋਡ ਮੰਗਦੇ ਕਿੰਨੀ? 945 ਰੁਪਏ ਦੀ ਪਰਚੀ। ਅੱਛਾ ਹੋਰ ਜੇ ਮੰਗਦੇ ਜੇ ਅੰਡਰਲੋਡ ਦਿੰਦੇ ਹੋ ਤਾਂ ਕਿੰਨੀ ਪਰਚੀ ਹੁੰਦੀ ਹੈ ਫਿਰ? 280 ਰੁਪਏ ਦੀ ਹੁੰਦੀ। 280। ਜਿਹੜਾ ਇਹ ਤੁਹਾਡਾ weight ਆ ਹੁਣ ਅੰਡਰਲੋਡ ਜਾਂ ਓਵਰਲੋਡ ਜਾਂ ਵੈਸੇ ਜੇ ਦੇਖਿਆ ਜਾਵੇ ਜੇ ਅੰਡਰਲੋਡ ਹੈ ਜੀ। ਕਿੰਨਾ weight ਹੈ? ਇਹ ਟੋਟਲ 28 ਟਨ ਹੈ ਜੀ। 28 ਟਨ ਪਾਸ ਕਰਦੀ ਹੈ ਗੱਡੀ ਵਿੱਚ ਹਾਂ। ਅੰਡਰਲੋਡ ਆ ਰਿਹਾ। ਅੰਡਰਲੋਡ ਹੈ। ਹੋ ਗਿਆ ਇੱਥੇ ਖੜੇ ਹੋ ਟੋਲ ਪਲਾਜ਼ੇ ਦੇ। ਕਹਿੰਦੇ ਗੱਡੀ ਓਵਰਲੋਡ ਹੈ। ਅੱਛਾ ਜੀ। ਹਾਂ ਜੀ, ਓਵਰਲੋਡ ਦੀ ਪਰਚੀ ਲੱਗਣੀ 945 ਦੀ ਹੈ। ਅੱਛਾ ਜੀ। ਹਾਂ ਜੀ। ਕਿੱਥੋਂ ਆਏ ਸੀ? ਕਿੰਨਾ ਨੰਬਰ ਗੱਡੀ ਹੈ? ਕੀ ਮਾਮਲਾ ਸਾਰਾ? HP 12C 7330 ਅੱਛਾ ਜੀ। ਕੀਰਤਪੁਰ ਤੇ ਆਏ ਜੀ। ਅੱਛਾ ਹਾਂ ਜੀ। ਤੇ ਹੁਣ ਕੀ ਚੱਕਰ ਕੀ ਚੱਲ ਰਿਹਾ? ਇਹ 3 ਵਾਰੀ ਘੰਟਾ ਕਰਾਈ, 3 ਵਾਰੀ ਵੇਟ ਲੱਗ ਆਇਆ। ਇੱਕ ਵਾਰੀ 38 ਆਇਆ, ਇੱਕ ਵਾਰੀ 43 ਆਇਆ, ਹੁਣ 36 ਆਇਆ। ਅੱਛਾ ਫਿਰ ਤੁਸੀਂ ਹੁਣ ਕਿਹਨੂੰ ਬੁਲਾਇਆ? ਮਾਲਕ ਆਏ ਵੇ? ਪੁਲਿਸ ਆਈ ਵੀ ਕਿਉਂ ਨਾ? ਮਾਲਕ ਬੁਲਾਏ ਗਏ ਜੀ। ਅੱਛਾ ਹਾਂ ਜੀ। ਠੀਕ ਹੈ। ਓਵਰਵੇਟ ਦਾ ਨਹੀਂ ਸਾਡਾ ਹੋਣਾ ਸੀ 280 ਰੁਪਏ। 600 ਕਿੰਨੇ ਮੇਰੇ ਖਿਆਲ 665 ਰੁਪਏ ਦਾ ਫਰਕ ਪੈ ਗਿਆ। ਹੁਣ ਤੁਸੀਂ ਦੇਖੋ ਵੀ ਹਜ਼ਾਰਾਂ ਗੱਡੀ ਲੰਘਦੀ ਹੈ, ਘੱਟੋ ਘੱਟ ਨਹੀਂ, ਵੈਸੇ ਮੈਂ ਬਹੁਤ ਘੱਟ ਲਾ ਕੇ ਚੱਲ ਰਿਹਾ। ਮਿਨੀਮਮ ਜੇ 1000 ਟਰੱਕ ਵੀ ਲੰਘਿਆ, ਵੈਸੇ 1000 ਨਹੀਂ ਲੰਘਦਾ, ਗਿਣਤੀ ਕਈ ਹਜ਼ਾਰ 'ਚ ਹੈ। ਜੇ 1000 ਵੀ ਅਸੀਂ ਮੰਨ ਕੇ ਚੱਲੀਏ ਤਾਂ ਲਾ ਲਓ ਸਾਹਿਬ 665 ਰੁਪਏ ਨੂੰ 6,65,000 ਰੁਪਏ ਬਣ ਗਿਆ। 6,65,000 ਰੁਪਇਆ ਐਵੇਂ ਬਣਾ ਲਿਆ ਸਿਰਫ ਕੰਡੇ ਥੋੜ੍ਹੇ ਨੁਕਸ ਪਾ ਕੇ। ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਇਸ ਤੇ ਕਾਰਵਾਈ ਕਰੇ। ਬਿਲਕੁਲ ਹੋਣੀ ਚਾਹੀਦੀ ਹੈ ਜੀ, ਤੇ ਸਾਨੂੰ ਉਮੀਦ ਵੀ ਹੋਊਗੀ। ਅਸੀਂ ਪੋਜ਼ਿਟਿਵ ਰਿਸਪੌਂਸ ਹੈ ਹੋਊਗੀ। ਗੱਲ ਇਹ ਆ ਵੀ ਟਰਾਂਸਪੋਰਟ ਦਾ ਪਹਿਲੀ ਮੰਦਾ ਹਾਲ ਹੈ, ਲੋਕ ਪਿੱਟਦੇ ਆ। ਫਿਰ ਲੋਕ ਐਵੇਂ ਨਹੀਂ ਕਹਿੰਦੇ ਜੀ ਟੋਲ ਪਲਾਜ਼ੇ ਨਾਲੇ ਗੰਦ ਪਾਇਆ ਬੰਦ ਹੋਣੇ ਚਾਹੀਦੇ ਆ, ਇਹਨਾਂ ਗੱਲਾਂ ਕਰਕੇ ਤੰਗ ਹੋਏ ਪਿਆ ਲੋਕ। ਉਹੀ ਨਹੀਂ ਪਿੱਟਦੇ ਲੋਕ, ਬੁਰਾ ਹਾਲ ਕਰ ਕਚੂੰਬਰ ਕੱਟਿਆ ਪਿਆ ਲੋਕਾਂ ਦਾ। ਕੀ ਕਾਰਨ ਹੋਇਆ? ਕਿਉਂ ਜਿਹੜੀ ਸਮੱਸਿਆ ਆਈ ਹੈ? सर कंधे पर वेट आया, वो मैंने बताया, कंधे पर वेट आया। ਕੀ ਕਾਰਨ ਕੀ ਹੋਇਆ? ਕਿਉਂ weight ਇਸ ਤਰ੍ਹਾਂ ਆ ਰਿਹਾ? जो कंधे पर गाड़ी का वेट आया था वो बताया था सर मैंने तो। ਕਿੰਨੇ ਦੇਰ ਤੋਂ ਤੁਸੀਂ ਇੱਥੇ ਹੋ ਵੈਸੇ? ਹੁਣ ਕਿੰਨਾ weight ਆ ਰਿਹਾ ਸੀ ਉਹਦਾ? इसका 38 आया था पहले, ਅੱਛਾ ਹੁਣ ਕਿੰਨਾ ਆ ਰਿਹਾ? हम बाद में 35-600 आया, ਅੱਛਾ दोबारा कराया। ਤੇ weight ਵੱਧ ਆ ਰਿਹਾ ਉਹਦਾ? ਗੱਡੀ ਦਾ ਹੈ ਘੱਟ ਹੈ? हाँ जी, बात जो ये कंधा पर्ची दिखा रहे हैं उससे तो बढ़ के आ रहा है। ਵੱਧ ਆ ਰਿਹਾ ਹੈ। ਕੀ ਕਾਰਨ ਕੀ ਹੋਇਆ? ਖਰਾਬ ਹੈ ਕੰਡਾ? ਕੀ ਗੱਲ ਹੈ? ये तो सर पता नहीं, जो तो सिस्टम वालों को पता होगा। हाँ जी? सिस्टम वालों को पता होगा, जो कंधे का ਸਿਸਟਮ ਕੰਡਾ ਚੈੱਕ ਕਰਨ ਆਏ ਹੋਏ ਨੇ ਕੋਈ? जो मेंटेनेंस इंचार्ज होते हैं उनको पता होगा सर। ਕੀ ਕਾਰਨ ਸੀਗਾ ਜਿਹੜਾ ਰਾਤ ਨੂੰ ਇੱਥੇ ਆਏ ਹੋ ਤੇ ਕੀ ਕੰਪਲੇਂਟ ਸੀ? ਇਹਨਾਂ ਦੀ ਸਰਦਾਰ ਸਾਹਿਬ ਦੀ ਕੰਪਲੇਂਟ ਮੈਨੂੰ ਪ੍ਰਾਪਤ ਹੋਈ ਸੀ ਫੋਨ ਦੇ ਉੱਤੇ। ਇਹਨਾਂ ਦਾ ਟਰੱਕ ਰੂਟੀਨ ਦੇ ਵਿੱਚ ਕਹਿੰਦੇ ਅਸੀਂ ਲੰਘਦੇ ਹਾਂ ਇੱਥੋਂ, ਤੇ ਇਹਨਾਂ ਦੀ ਵੇਮੈਂਟ 'ਚ ਫਰਕ ਆ ਰਿਹਾ ਸੀਗਾ। ਜਿੱਦਾਂ ਇਹਨਾਂ ਦੀ ਜਿਹੜੀ ਪਰਚੀ ਹੁਣ ਦਿਖਾਈ ਹੈ, ਇਹਦੇ ਵਿੱਚ ਇਹਨਾਂ ਦਾ ਪਰਮਿਸਿਬਲ ਲਿਮਿਟ ਤੋਂ ਉੱਤੇ ਪਾਇਆ ਹੋਇਆ ਹੈ, ਆਲਮੋਸਟ 35 ਟਨ ਪਾਤਾ ਇਹਨੂੰ। ਜਦ ਕਿ ਜਦੋਂ ਇਹਨੂੰ ਦੂਜੇ ਨਾਲ ਰੈਫਰੈਂਸ ਵੇਟ ਦੇ ਉੱਤੇ ਚੈੱਕ ਕੀਤਾ ਗਿਆ ਤੇ ਅਪਰੋਕਸੀਮੇਟਲੀ 26 ਟਨ ਆਇਆ। ਦੈਟ ਮੀਨਸ ਜਿਹੜੀ ਵੇਮੈਂਟ ਆ ਉਹ 'ਚ ਫਰਕ ਪਾਇਆ ਗਿਆ, ਜਿਹਦੇ ਕਰਕੇ ਫਿਰ ਓਵਰਵੇਟ ਦੀ ਜਿਹੜੀ ਪਰਚੀ ਆ ਉਹ ਵੱਧ ਇਹਨਾਂ ਤੋਂ ਚਾਰਜ ਕਰਿਆ ਗਿਆ। ਇਹ ਇਹਨਾਂ ਦੀ ਕੰਪਲੇਂਟ ਹੈ, ਜਿਹਨੂੰ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਇੱਥੇ। ਸਰ ਕਿਹੜਾ ਟੋਲ ਪਲਾਜ਼ਾ ਤੇ ਤੁਸੀਂ ਇਸ ਸਮੇਂ ਕਿਸ ਪੋਸਟ ਤੇ? ਇਹ ਹੈਗਾ ਜੀ BSC C ਐਂਡ ਕੋਰਾਲੀ ਟੋਲ ਪਲਾਜ਼ਾ, ਜਿਹੜਾ ਸੋਲਖੀਆਂ ਤੇ ਪੈਂਦਾ ਹੈ, ਤੇ ਮੈਂ ਇੰਸਪੈਕਟਰ ਲੀਗਲ ਮੈਟਰੋਲੋਜੀ ਰੂਪਨਗਰ ਹਾਂ ਜੀ। ਤੇ ਸਰ ਜੇਕਰ ਇਹਨਾਂ ਦੀ ਜਿਹੜੀ ਗਲਤੀ ਪਾਈ ਜਾਂਦੀ ਹੈ ਜਾਂ ਫਿਰ ਇਹ ਜਿੱਦਾਂ ਵਜਨ ਵੱਧ ਤੋੜ ਰਹੇ ਨੇ, ਕੀ ਇਹਨਾਂ ਤੇ ਕਾਰਵਾਈ ਹੋ ਸਕਦੀ ਹੈ? ਕਿੰਨਾ ਕਿੰਨਾ ਨੂੰ ਜੁਰਮਾਨਾ ਜਾਂ ਫਿਰ ਸਜ਼ਾ ਕਿੰਨੀ? ਇਸ ਤਰ੍ਹਾਂ ਜੀ ਇਹ ਸੈਕਸ਼ਨ ਵਾਈਜ਼ ਜੁਰਮਾਨਾ ਹੁੰਦਾ। ਜਿਵੇਂ ਸਪੋਜ਼ਿੰਗਲੀ ਜੇ ਇਹਦੇ 'ਚ ਆਪਾਂ ਇਹ ਸਾਬਿਤ ਕਰਦੇ ਹਾਂ ਹੁਣ ਕਿ ਇਹਨਾਂ ਦਾ ਜਿਹੜਾ weight ਹੈਗਾ ਹੈ, ਇਹਨਾਂ ਤੋਂ ਵੱਧ weight ਇਸ ਕੰਡੇ ਤੇ ਲਾ ਕੇ ਗਲਤ ਚਾਰਜ ਕੀਤਾ ਗਿਆ, ਉਹਦੇ ਤੇ ਸੈਕਸ਼ਨ 30A ਲੱਗਦਾ ਸਾਡਾ ਲੀਗਲ ਮੈਟਰੋਲੋਜੀ ਦਾ। ਉਹਦੇ ਜਿਹੜੇ ਫਾਈਨਸ ਨੇ ਉਹ ਅਕੋਰਡਿੰਗਲੀ ਹੈ ਕਿ ਇਹ ਜਿਹੜਾ ਟੋਲ ਹੈ, ਇਹਦੇ ਜਿਹੜੇ ਡਾਇਰੈਕਟਰਸ ਨੇ ਕਿੰਨੇ ਨੇ, ਉਹਦੇ ਹਿਸਾਬ ਨਾਲ ਉਹ ਮਲਟੀਪਲਾਈ ਹੋ ਕੇ ਫਾਈਨ ਜਿਹੜਾ ਕੈਲਕੂਲੇਟ ਹੁੰਦਾ। ਸਰ ਹੁਣ ਤੁਸੀਂ ਆਪਣੀ ਜਿਹੜੀ ਕਾਰਵਾਈ ਪੂਰੀ ਕਰ ਦਿੱਤੀ ਹੈ ਤੇ ਕੀ ਖਾਮੀਆਂ ਪਾਈਆਂ ਗਈਆਂ? ਨਹੀਂ, ਹਜੇ ਕਾਰਵਾਈ ਚੱਲ ਰਹੀ ਹੈ, ਅਸੀਂ ਵੇਮੈਂਟ ਕਰ ਰਹੇ ਹਾਂ। ਇਸ ਟਾਈਮ ਸਾਡੇ ਕੋਲ ਕਿਉਂਕਿ ਰਾਤ ਦਾ ਸਮਾਂ, ਜਿਹੜੇ ਸਟੈਂਡਰਡ ਵੇਟਸ ਨੇ ਉਹ ਇਸ ਟਾਈਮ ਅਵੇਲੇਬਲ ਨਹੀਂ ਹੈਗੇ ਹਜੇ। ਅਸੀਂ ਸਿਰਫ ਰੈਫਰੈਂਸ ਵੇਟਸ ਨਾਲ ਚੈੱਕ ਕਰ ਰਹੇ ਹਾਂ ਸਾਰੇ ਉਹਦਾ ਟੋਲਸ 'ਤੇ ਕਿੰਨਾ ਕੁ ਡਿਫਰੈਂਸ ਆ ਰਿਹਾ, ਪਲੱਸ ਅਸੀਂ ਜਿਹੜਾ ਇਹਨਾਂ ਦਾ ਸਟੇਸ਼ਨਰੀ ਜਿਹੜਾ ਸਟੈਟਿਕ ਵੇਵਰੇਜ ਹੈ ਉਹਦੇ 'ਤੇ ਚੈੱਕ ਕਰਾਂਗੇ। ਉਹ ਚੈੱਕ ਕਰਨ ਤੋਂ ਬਾਅਦ ਐਸਟੈਬਲਿਸ਼ ਹੋਊਗਾ, ਪਰ ਲੱਗ ਰਿਹਾ ਮੁੱਢਲੀ ਤਫਤੀਸ਼ ਦੇ ਵਿੱਚ ਵੀ ਇਹ 'ਚ ਫਰਕ ਹੈਗਾ, ਤੇ ਉਹਨਾਂ ਨੇ ਕਮਿਟ ਵੀ ਕੀਤਾ ਹੈ ਕਿ ਹਾਂ ਇਹਦੇ 'ਚ ਕੁਝ ਫਰਕ ਆਇਆ, ਕੰਡਾ ਖਰਾਬ ਹੈ। ਕਿੰਨਾ ਕੁ ਸਰ ਫਰਕ ਆ ਰਿਹਾ ਜਿਹੜਾ ਵਜਨ ਦਾ ਜੇਕਰ ਦੇਖਿਆ ਜਾਵੇ? ਤੁਸੀਂ ਮੰਨ ਕੇ ਚੱਲੋ ਵੀ 7-8 ਟਨ ਦਾ ਫਰਕ ਆ ਰਿਹਾ, 8 ਟਨ ਦਾ ਫਰਕ ਆ ਰਿਹਾ। ਤੇ ਸਰ ਜਿਹੜਾ ਓਵਰਲੋਡ ਦੀ ਪਰਚੀ ਆ ਉਹ ਕਿੰਨੀ ਹੈ ਤੇ ਜਿਹੜੀ ਅੰਡਰਲੋਡ ਦੀ ਪਰਚੀ ਉਹ ਕਿੰਨੀ ਪੇ ਕਰ ਰਹੀ ਹੈ?
ਦੇਖੋ ਜੀ, ਇਹਦੇ ਤੇ ਜਿਹੜੇ ਪੈਸੇ ਲੈ ਰਹੇ ਆ ਇਹਦੇ ਤੇ ਮੈਂ ਤੁਹਾਨੂੰ ਐਗਜ਼ੈਕਟਲੀ ਤਾਂ ਨਹੀਂ ਕਮੈਂਟ ਕਰ ਸਕਦਾ, ਟੈਕਨੀਕਲ ਚੀਜ਼ ਹੈ। ਇੱਥੇ ਜੋ ਲਿਖਿਆ ਹੈ ਦੈਟ ਇਜ਼ 945 ਰੁਪਏ, ਤੇ ਜੇ ਇਹ ਨਾਰਮਲ ਲੈਂਦੇ ਉਹ ਤੋਂ ਘੱਟ ਨੇ 280, ਜੋ ਇਹਨਾਂ ਦੇ ਦੱਸਣ ਮੁਤਾਬਕ ਹੈ, ਇੱਥੇ ਤੋਂ ਲਿਖ ਕੇ ਲਾਇਆ ਹੋਇਆ। ਨਾਰਮਲੀ 280 ਲੈਂਦੇ, ਪਰ ਇਸ ਪਰਚੀ ਤੇ 945 ਲਏ। ਇਹ ਓਵਰਲੋਡ ਦੇ ਕਿ ਵੱਧ ਲੋਡ ਸੀ ਇਹਦੇ ਤੇ। ਤੇ ਫਿਰ ਇਹ ਵੀ ਹੋ ਸਕਦਾ ਵੀ ਜਾਣਬੁੱਝ ਕੇ ਜਿਹੜੇ ਕੰਡੇ ਆ ਇਹ ਇਸ ਤਰ੍ਹਾਂ ਕੀਤੇ ਗਏ ਹੁਣ ਵੀ ਓਵਰਲੋਡ ਚਾਰਜ ਕਰਨ ਵਾਸਤੇ। ਦੇਖੋ, ਇਸ ਸਮੇਂ ਇਹ ਕਮੈਂਟ ਕਰਨਾ ਕਿ ਇਹਨਾਂ ਨੇ ਜਾਣਬੁੱਝ ਕੇ ਕੀਤੇ ਹੈ ਉਹ ਜ਼ਿਆਦਾ ਛੇਤੀ ਹੋਊਗਾ, ਪਰ ਇਹ ਜ਼ਰੂਰ ਮੈਂ ਕਹਿ ਸਕਦਾ ਵੀ ਇਹ ਜਿਹੜਾ ਕੰਡਾ ਆ ਇਹਦੇ ਤੇ ਪੇਮੈਂਟ ਠੀਕ ਨਹੀਂ ਹੋਈ ਤੇ ਇਹਨਾਂ ਤੋਂ ਜਿਹੜੇ ਪੈਸੇ ਵੱਧ ਲਏ ਗਏ ਆ। ਦੋਸਤੋ, ਇਸ ਵੇਲੇ ਸੌਲਖੀਆਂ ਟੋਲ ਪਲਾਜ਼ਾ ਤੇ ਖੜੇ ਹਾਂ, ਜਿਹੜਾ ਕਿ ਕੁਰਾਲੀ ਤੋਂ ਰੋਪੜ ਕੀਰਤਪੁਰ ਸਾਹਿਬ ਰੋਡ ਦੇ ਉੱਪਰ ਹੈ। ਮੈਂ ਦਿੱਲੀ ਤੋਂ ਵਾਪਸ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਮੈਨੂੰ ਕੁਝ ਟਰੱਕ ਆਪਰੇਟਰ ਵੀਰਾਂ ਦਾ ਫੋਨ ਆਇਆ ਕਿ ਸੌਲਖੀਆਂ ਟੋਲ ਪਲਾਜ਼ਾ ਦੇ ਉੱਪਰ ਜਦੋਂ ਲੋਡਡ ਟਰੱਕ ਲੰਘਦੇ ਆ ਤਾਂ ਉਹਨਾਂ ਦੇ ਕੰਡਿਆਂ ਦੇ ਵਿੱਚ ਵਜ਼ਨ ਦੇ ਵਿੱਚ ਫਰਕ ਆ ਰਿਹਾ। ਜਿਵੇਂ ਕਿ ਇਹ ਟਰੱਕ ਆਪਰੇਟਰ ਸਾਥੀ ਨੇ ਦੱਸਿਆ ਕਿ ਇਹਨਾਂ ਦਾ 28 ਟਨ ਵਜ਼ਨ ਜਿਹੜਾ ਲੱਦਿਆ ਹੋਇਆ ਸੀਗਾ, ਪਰ ਜਿਹੜਾ ਕੰਡਾ ਸੌਲਖੀਆਂ ਟੋਲ ਪਲਾਜ਼ੇ ਦਾ ਹੈ 3 ਨੰਬਰ ਲੇਨ ਦਾ, ਉਹ 28 ਟਨ ਨੂੰ 35 ਟਨ ਦੱਸ ਰਿਹਾ। ਕਿਉਂਕਿ ਜਦੋਂ 29 ਟਨ ਤੋਂ ਜ਼ਿਆਦਾ 29,900 ਤੋਂ ਜ਼ਿਆਦਾ ਜਿਹੜਾ weight ਹੋ ਜਾਂਦਾ ਤਾਂ ਉਹਦੇ ਐਕਸਟਰਾ ਚਾਰਜ ਵਸੂਲੇ ਜਾਂਦੇ ਆ 900 ਰੁਪਏ ਦੇ, 945 ਰੁਪਏ ਦੇ ਕਰੀਬ। ਸੋ ਇਹਨਾਂ ਦਾ ਟਰੱਕ ਆਪਰੇਟਰਾਂ ਦਾ ਕਹਿਣਾ ਸੀਗਾ ਕਿ ਇਹ ਨਜਾਇਜ਼ ਤਰੀਕੇ ਨਾਲ ਵਸੂਲ ਕਰ ਰਹੇ ਨੇ, ਕਿਉਂਕਿ ਸਾਡਾ ਵਜ਼ਨ ਘੱਟ ਹੈ, ਇਹਨਾਂ ਦੇ ਕੰਡੇ ਜ਼ਿਆਦਾ ਦੱਸ ਰਹੇ ਨੇ। ਸੋ ਮੈਂ ਦਿੱਲੀ ਤੋਂ ਜਦੋਂ ਰਸਤੇ 'ਚ ਆ ਰਿਹਾ ਸੀਗਾ, ਇਹਨਾਂ ਦੀ ਕਾਲ ਆਈ ਤਾਂ ਰਸਤੇ 'ਚ ਆਉਂਦੇ ਨੇ ਜਿਹੜਾ ਲੀਗਲ ਮੈਟਰੋਲੋਜੀ ਸਾਡਾ ਡਿਪਾਰਟਮੈਂਟ ਹੈ, ਜਿਹੜਾ ਵਜ਼ਨ ਦੇ ਨਾਲ ਸੰਬੰਧਿਤ ਹੈ, ਕੰਡਿਆਂ ਨਾਲ ਸੰਬੰਧਿਤ ਹੈ, ਇਹਨਾਂ ਨੂੰ ਕਿਹਾ ਕਿ ਆ ਕੇ ਚੈੱਕ ਕਰੋ। ਨਾਲ SHO ਸਿੰਘ ਭਗਵੰਤਪੁਰਾ ਬੜੀ ਦੇਰ ਤੋਂ ਇਹ 2-2.5 ਘੰਟੇ ਤੋਂ ਸਾਰੇ ਲੱਗੇ ਹੋਏ ਨੇ। ਇਹਨਾਂ ਨੇ ਸਾਰੇ ਕੰਡੇ ਇਹਨਾਂ ਦੇ ਚੈੱਕ ਕੀਤੇ ਤੇ ਇਹਨਾਂ ਨੇ ਇਹ ਪਾਇਆ ਕਿ ਜਿਹੜਾ ਕੰਡਾ 3 ਨੰਬਰ ਲੇਨ ਦਾ ਕੰਡਾ ਹੈ ਉਹਦੇ ਵਿੱਚ ਵੱਡੀ ਗੜਬੜੀ ਹੈ ਤੇ ਬਾਕੀ ਕੰਡਿਆਂ ਦੇ ਵਿੱਚ ਵੀ ਫਰਕ ਹੈ। ਸੋ ਟਰੱਕ ਆਪਰੇਟਰਾਂ ਦੇ ਨੇ ਜੋ ਦੱਸਿਆ ਸੀਗਾ, ਇਹਨਾਂ ਦਾ ਦੋਸ਼ ਜਿਹੜਾ ਉਹ ਸਹੀ ਇਹਨਾਂ ਨੂੰ ਲੱਗਿਆ ਤੇ ਇਹਨਾਂ ਨੇ ਜਿਹੜੀ ਅਗਲੀ ਕਾਰਵਾਈ ਹੈ ਲੀਗਲ ਮੈਟਰੋਲੋਜੀ ਐਕਟ ਦੇ ਅਨੁਸਾਰ, 2009 ਦਾ ਐਕਟ ਹੈ ਜੀ, ਉਹ ਐਕਟ ਦੇ ਅਨੁਸਾਰ ਅਗਲੀ ਕਾਰਵਾਈ ਬਣਦੀ ਇਹਨਾਂ ਦੇ ਖਿਲਾਫ ਸ਼ੁਰੂ ਕਰ ਦਿੱਤੀ ਹੈ। ਐਕਟ ਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਇੱਕ ਤਾਂ ਇਹਨਾਂ ਦੇ ਖਿਲਾਫ ਹੋਏਗੀ, 3 ਨੰਬਰ ਲੇਨ ਜਿਹੜੀ ਗੜਬੜੀ ਵਾਲੀ ਹੈ ਉਹ ਹੁਣੇ ਬੰਦ ਕਰਵਾ ਦਿੱਤੀ ਗਈ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਇਹ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਦੱਸੋ ਤੁਸੀਂ ਤੁਹਾਡਾ ਕੀ ਸੀ? ਹਾਂਜੀ, ਹੋਇਆ ਇਸ ਤਰ੍ਹਾਂ ਹੀ। ਅਸੀਂ ਨਾ ਰੋਜ਼ ਤੀਜੇ ਚੌਥੇ ਦਿਨ ਮਹੀਨੇ ਡੇਢ ਮਹੀਨੇ ਤੋਂ ਇੱਥੇ ਸਾਡੀ ਗੱਡੀ ਲੰਘਦੀ ਹੈ। ਮਸਲਾ ਉਹੀ ਹੈ ਜਿਹੜਾ MLA ਸਾਹਿਬ ਨੇ ਦੱਸਿਆ ਵੀ ਇਹ ਵਜ਼ਨ ਵਧਾ ਕੇ ਆਮ 280 ਰੁਪਏ ਦੀ ਪਰਚੀ ਕੱਟ ਹੁੰਦੀ ਹੈ ਜੀ। ਇਹ ਉਹਨੂੰ ਜਦੋਂ ਓਵਰਲੋਡ ਬਣਾਇਆ ਜਾਂਦਾ ਤੇ ਉਹ 945 ਰੁਪਏ ਸਾਤੋਂ ਵਸੂਲੇ ਜਾਂਦੇ ਆ। ਮਤਲਬ 665 ਰੁਪਏ ਦਾ ਸਾਨੂੰ ਫਾਲਤੂ ਖਰਚਾ ਪਾਇਆ ਜਾਂਦਾ। ਹੁਣ ਹਜ਼ਾਰਾਂ ਗੱਡੀਆਂ ਲੰਘਦੀਆਂ ਰੋਜ਼, ਲੱਖਾਂ ਦੀ ਕਮਾਈ ਫ੍ਰੀ 'ਚ ਕਰ ਰਹੇ ਨੇ। ਇਹ ਤੁਸੀਂ ਸਿੱਧਾ ਗੁਣਾ ਕਰਕੇ ਦੇਖ ਲਓ ਹਿਸਾਬ ਨਾਲ। ਫਿਰ ਅਸੀਂ ਫਿਰ ਇਸ ਤਰ੍ਹਾਂ ਸੀਗਾ ਵੀ ਇੱਥੇ ਆਏ, ਸਾਨੂੰ ਪਤਾ ਸੀ ਵੀ ਇੱਥੇ ਆ ਕੇ ਵੀ ਇਹਨਾਂ ਨੇ ਸਾਨੂੰ ਆਈ ਗਈ ਦੇਣੀ ਨਹੀਂ ਹੈ। ਤੋਂ ਕੁਦਰਤੀ ਮੈਂ ਨੈੱਟ ਤੋਂ ਵੈਸੇ ਹੀ ਚੱਕ ਲਿਆ ਨੰਬਰ, ਮੈਨੂੰ ਪਤਾ ਵੀ ਨਹੀਂ ਸੀ ਵੀ ਇੱਦਾਂ ਕੁਝ ਹੋ ਜਾਊਗਾ, ਉਹਦਾ ਕੁਦਰਤੀ ਹੋ ਗਿਆ। ਮੈਂ ਨੈੱਟ ਤੋਂ ਨੰਬਰ ਚੱਕਿਆ ਤਾਂ ਚੱਡਾ ਸਾਹਿਬ ਦਾ ਨੰਬਰ ਸੀਗਾ ਉੱਪਰ ਆਇਆ ਹੋਇਆ। ਮੈਂ ਕੁਦਰਤੀ ਅਸੀਂ ਪਿਛਲੇ ਹਿਸਾਬ ਨਾਲ ਕੁਦਰਤੀ ਬਾਅਦ ਪਤਾ ਨਹੀਂ ਵੀ ਚਲੋ ਮੈਂ ਜਦੋਂ ਮਿਲਾਇਆ ਚੱਡਾ ਸਾਹਿਬ ਨੇ ਚੱਕਿਆ, ਵਧੀਆ ਸਾਨੂੰ ਡੀਲ ਕਰਿਆ। ਤਾਂ ਫਿਰ ਇਹਨਾਂ ਦੇ ਬਾਰ-ਬਾਰ ਫੋਨ ਆਏ ਵੀ ਦੱਸੋ ਕੀ ਬਣਿਆ ਕੀ ਹੋਇਆ। ਚਲੋ ਮੌਕੇ ਤੇ ਜੋ ਵੀ ਅਫਸਰ ਸਾਹਿਬਾਨ ਸੀ ਉਹ ਆਏ, ਉਹਨਾਂ ਨੇ ਆ ਕੇ ਵਧੀਆ ਸਾਡੇ ਨਾਲ ਜਿਹੜੀ ਵਧੀਆ ਸਾਰਾ ਕੁਝ ਕੀਤਾ ਕੰਮ ਜੋ ਵੀ ਹੈਗਾ ਸੀ ਇਹਨਾਂ ਦਾ ਕਾਰਵਾਈ। ਤਾਂ ਉਹਦੇ ਵਿੱਚ ਜੋ ਹੈਗਾ ਉਹ ਅੱਗੇ ਹੁਣ ਦੱਸ ਦੇਣਗੇ ਸਾਨੂੰ ਜੋ। ਸੋ ਇਹ ਟਰੱਕ ਆਪਰੇਟਰ ਵੀਰ ਕਿੱਥੋਂ ਦੇ ਨੇ ਮੈਂ ਨਹੀਂ ਜਾਣਦਾ, ਇਹਨਾਂ ਦੀ ਕਾਲ ਮੈਨੂੰ ਆਈ ਸੀਗੀ, ਮਾਮਲਾ ਗੰਭੀਰ ਸੀਗਾ, ਅਸੀਂ ਇਹ ਕਾਰਵਾਈ ਕਰਾਈ ਹੈ। ਤੇ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਅੱਡਾ ਟੋਲ ਪਲਾਜ਼ਿਆਂ ਦੇ ਉੱਤੋਂ ਕੋਈ ਹੈਵੀ weight ਵਹੀਕਲ ਲੈ ਕੇ ਲੰਘਦੇ ਆ ਟਰੱਕ ਵਗੈਰਾ, ਜੇ ਤੁਹਾਨੂੰ ਡਾਊਟ ਲੱਗਦਾ ਕਿ ਜ਼ਿਆਦਾ weight ਸ਼ੋ ਹੋ ਰਿਹਾ ਤਾਂ ਤੁਹਾਨੂੰ ਚੈਕਿੰਗ ਕਰਵਾਉਣੀ ਚਾਹੀਦੀ ਹੈ, ਕਾਰਵਾਈ ਕਰਵਾਉਣੀ ਚਾਹੀਦੀ ਹੈ। ਲੀਗਲ ਮੈਟਰੋਲੋਜੀ ਦੇ ਜਿਹੜੇ ਡਿਪਾਰਟਮੈਂਟ ਦਾ ਦੇ ਇੱਥੇ ਸੰਬੰਧਿਤ ਕੰਮ ਦੇਖਦੇ ਨੇ ਰਣਵੀਰ ਜੀ, ਉਹ ਦੱਸਣਗੇ ਕਿ ਇਹਨਾਂ ਨੇ ਕੀ ਇੱਥੇ ਦਰਜ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਕੰਪਲੇਂਟ ਆਈ ਸੀ, ਮੈਂ ਕੰਪਲੇਨੈਂਟ ਦੀ ਕੋਈ ਫੋਨ ਆਇਆ ਸੀ ਤੇ MLA ਸਾਹਿਬ ਦਾ ਕਾਲ ਆਇਆ ਸੀਗਾ ਤੇ ਉਹਨਾਂ ਨੇ ਤੁਰੰਤ ਅਸੀਂ ਕਾਲ ਲੈ ਕੇ ਪਹੁੰਚੇ ਸੀ ਇੱਥੇ। SHO ਸਾਹਿਬ ਵੀ ਮੌਜੂਦ ਸੀ ਉੱਥੇ ਤੇ ਅਸੀਂ ਸਾਰੀਆਂ ਲੇਨਸ ਤਕਰੀਬਨ ਚੈੱਕ ਕਰਾਈਆਂ। ਕੰਪਲੇਨੈਂਟ ਦੀ ਕੰਪਲੇਂਟ ਇਹ ਸੀਗੀ ਕਿ ਜਿਹੜਾ weight ਹੈਗਾ ਉਹਦਾ ਅਪਰੋਕਸੀਮੇਟਲੀ 28 ਟਨ ਦਾ 27 ਟਨ ਦਾ weight ਸੀ, ਜਿਹਨੂੰ ਇੱਥੇ ਰਿਫਲੈਕਟ ਹੋਇਆ ਹੈ 35 ਟਨ, ਜਿਹੜਾ ਕਿ 7 ਟਨ ਵੱਧ ਹੈ, ਜਿਹਦੇ ਨਾਲ ਇਹਨਾਂ ਨੂੰ ਓਵਰ ਚਾਰਜਿੰਗ ਦੇਣੀ ਪਈ, ਅਦਰਵਾਈਜ਼ ਇਹਨਾਂ ਨੂੰ ਨਹੀਂ ਦੇਣੀ ਪੈਂਦੀ।
ਫਿਰ ਅਸੀਂ ਇਹ ਲੇਨ ਚੈੱਕ ਕੀਤੀ ਹੈ, ਲੇਨ ਨੰਬਰ 3 ਹੈ ਜਿਹੜੀ, ਉਹ ਇਹ ਸਾਨੂੰ ਪਾਇਆ ਗਿਆ ਸੀ। ਇਹਨੂੰ ਜਦੋਂ ਹੋਰ ਕੰਡੇ ਨਾਲ ਵੈਰੀਫਾਈ ਕੀਤਾ ਤੇ ਇਹਦੇ 'ਚ ਡਿਫਰੈਂਸ ਸ਼ੋ ਹੋ ਰਿਹਾ ਤੇ ਉਹ ਲੇਨ ਜਿਹੜੀ ਇਮੀਡੀਏਟਲੀ ਬੰਦ ਕਰਾ ਲਈ ਹੈ। ਇਹਨਾਂ ਦੀ ਅਸੀਂ ਇਨਸਪੈਕਸ਼ਨ ਪਾ ਕੇ ਕੰਪਲੇਨੈਂਟ ਦੀ ਸ਼ਿਕਾਇਤ ਦੇ ਬੇਸ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਹ ਜਿਹੜੀ ਫਾਈਨਸ ਹੈਗੇ ਕਿਹੜੇ ਸੈਕਸ਼ਨ ਦੀ ਕਾਰਵਾਈ ਬਣਦੀ ਹੈ ਜੀ? ਜਿਹੜਾ ਤਾਂ ਸਰ ਇਹ ਸੈਕਸ਼ਨ ਹੈਗਾ ਜਿਹਦੇ 'ਚ ਰੇਟ ਵੱਧ ਘੱਟ ਵਾਲਾ ਹੈਗਾ, ਦੈਟ ਇਜ਼ ਸੈਕਸ਼ਨ 30A ਆਫ ਲੀਗਲ ਮੈਟਰੋਲੋਜੀ ਐਕਟ 2009 ਜੀ ਉਹਦੀ ਸਰ ਜਿਹੜੀ ਕਾਰਵਾਈ ਹੈ, ਜਿਹੜੇ ਫਾਈਨਸ ਨੇ ਉਹ ਬੇਸਿਸ ਆਫ ਡਾਇਰੈਕਟਰਸ ਨੇ, ਜਿਹੜੀ ਲਿਮਟਿਡ ਕੰਪਨੀ ਹੈ ਇਹਨਾਂ ਤੋਂ ਲਿਸਟ ਲਈ ਜਾਊਗੀ, ਜਿੰਨੇ ਡਾਇਰੈਕਟਰਸ ਹੋਣਗੇ ਉਹਦੇ ਅਕੋਰਡਿੰਗਲੀ ਜਿਹੜੇ ਸਾਡੇ ਸਿਸਟਮ ਕੰਟਰੋਲਰ ਨੇ ਫਾਈਨਸ ਕਰਨਗੇ। ਸੋ ਕਿਸੇ ਵੀ ਟੋਲ ਪਲਾਜ਼ਾ ਦੇ ਉੱਪਰ ਲੋਕਾਂ ਦੀ ਲੁੱਟ ਪੰਜਾਬ 'ਚ ਨਹੀਂ ਹੋਣ ਦਿੱਤੀ ਜਾਊਗੀ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਰਨਮੈਂਟ ਹੈ, ਜੋ ਵੀ ਸਹੂਲਤਾਂ ਇਹਨਾਂ ਨੇ ਲੋਕਾਂ ਨੂੰ ਦੇਣੀਆਂ ਨੇ, ਚਾਹੇ ਉਹ ਐਂਬੂਲੈਂਸਿਸ ਨੇ ਚਾਹੇ ਹੋਰ ਨੇ, ਉਹ ਉਪਲਬਧ ਚਾਹੀਦੀਆਂ ਨੇ। ਤੇ ਜਿੱਥੇ ਕਿਤੇ ਲੋਕਾਂ ਤੋਂ ਗਲਤ ਤਰੀਕੇ ਨਾਲ ਵਸੂਲੀ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ, ਉਹਦੇ ਖਿਲਾਫ 24 ਘੰਟੇ ਦੇ ਵਿੱਚ ਕਦੇ ਵੀ ਆ ਕੇ ਬਣਦੀ ਕਾਰਵਾਈ ਕੀਤੀ ਜਾਊਗੀ। ਜਿਵੇਂ ਕਿ ਅੱਜ ਅੱਧੀ ਰਾਤ ਨੂੰ 1 ਵਜੇ ਤੱਕ ਇੱਥੇ ਅਫਸਰ ਖੜੇ ਨੇ, SHO ਮੌਕੇ ਤੇ ਖੜੇ ਨੇ, ਲੀਗਲ ਮੈਟਰੋਲੋਜੀ ਡਿਪਾਰਟਮੈਂਟ ਦੇ ਖੜੇ ਨੇ ਤੇ ਮੈਂ ਆਪ ਇੱਥੇ ਇਹਨਾਂ ਦੇ ਕੋਲ ਆਇਆ ਤੇ ਲੋਕਾਂ ਦੀ ਲੁੱਟ ਜਿਹੜੀ ਹੈ ਉਹ ਰੋਕਣ ਦੇ ਲਈ 24 ਘੰਟੇ ਸਾਰੇ ਮਹਿਕਮੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਰਨਮੈਂਟ ਦੇ ਵਿੱਚ ਕੰਮ ਕਰਨਗੇ ਔਰ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਧੰਨਵਾਦ।